ਸਤਿ ਸ਼੍ਰੀ ਅਕਾਲ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਹਾਜ਼ਰ ਹਾਂ ਖਬਰ ਪੜਤਾਲ ਦੇ ਵਿੱਚ ਵੱਡੀਆਂ ਤੇ ਖਾਸ ਖਬਰਾਂ ਲੈ ਕੇ। ਬੀਤੇ ਦਿਨੀ ਪੰਜਾਬ ਦੇ ਵਿੱਚੋਂ ਕਿਸਾਨੀ ਸੰਘਰਸ਼ ਦਾ ਦੂਜਾ ਪੜਾਅ ਸ਼ੁਰੂ ਹੋਇਆ ਹੈ ਤੇ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਕੂਚ ਕੀਤੀ ਗਈ ਹੈ ਤੇ ਬੀਤੇ ਦਿਨ ਦੇ ਵਿੱਚ ਸੰਵਿਧਾਨ ਦਿਵਸ ਵੀ ਪੂਰੇ ਭਾਰਤ ਨੇ ਮਨਾਇਆ। ਪਰ ਇਸ ਦਿਨ ਦੇ ਉੱਤੇ ਜੇਕਰ ਸੰਵਿਧਾਨ ਦੇ ਤੌਰ ਤੇ ਉੱਤੇ ਵੇਖਿਆ ਜਾਵੇ ਤਾਂ ਬਹੁਤ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਸੰਵਿਧਾਨ ਦੇ ਬਣਾਉਣ ਵਾਲੀਆਂ ਅਤੇ ਸੰਵਿਧਾਨ ਦੇ ਵਿੱਚ ਆਉਣ ਵਾਲੀਆਂ ਗੱਲਾਂ ਨੂੰ ਕਿਤੇ ਨਾ ਕਿਤੇ ਸਾਈਡ ਤੇ ਰੱਖ ਕੇ ਹੀ ਕੱਲ੍ਹ ਦੀਆਂ ਕਾਰਵਾਈਆਂ ਕੀਤੀਆਂ ਨੇ। ਜੋ ਕੁਝ ਕੱਲ੍ਹ ਵਾਪਰਿਆ ਉਸ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਬੀਤੇ ਦਿਨੀ ਟਵਿੱਟਰ ਜੰਗ ਦੋ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵਿਚਕਾਰ ਹੋਈ ਹੈ ਉਸ ਤੇ ਵੀ ਚਰਚਾ ਜ਼ਰੂਰ ਕਰਾਂਗੇ। ਸਭ ਤੋਂ ਪਹਿਲਾਂ ਸੁਰਿੰਦਰ ਡੱਲਾ ਹੋਣਾ ਦਾ ਸਵਾਗਤ ਕਰਦੇ ਹਾਂ, ਫਿਰ ਚਰਚਾ ਦੇ ਵੱਲ ਵਧਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਗਗਨ ਜੀ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਡੱਲਾ ਜੀ ਸਭ ਤੋਂ ਪਹਿਲਾਂ ਜਿਹੜਾ ਕਿਸਾਨ ਮਸਲਿਆਂ ਦੇ ਵੱਲ ਵਧੀਏ, ਜੋ ਬੀਤੇ ਦਿਨ ਦੇ ਵਿੱਚ ਹਾਲਾਤ ਵੇਖੇ ਨੇ, ਚਾਹੇ ਬੈਰੀਗੇਡਾਂ ਦੇ ਉੱਤੇ ਵੇਖਿਆ ਗਿਆ ਹੋਵੇ, ਕੰਡਿਆਲੀਆਂ ਤਾਰਾਂ ਲਾਈਆਂ ਗਈਆਂ, ਫੈਂਸਿੰਗ ਵੱਖ ਤਰ੍ਹਾਂ ਦੀ ਕੀਤੀ ਗਈ, ਕਿਸ ਤਰ੍ਹਾਂ ਵੇਖ ਰਹੇ ਹੋ ਸਾਰੇ ਵਰਤਾਰੇ ਨੂੰ? ਦੇਖੋ, ਮੈਨੂੰ ਇਹ ਪਤਾ ਲੱਗਿਆ ਕਹਿੰਦੇ ਕਈ ਥਾਂ ਇਹੋ ਜਿਹੀ ਕੰਡਿਆਲੀ ਤਾਰ ਵਰਤੀ ਗਈ ਜਿਹਦੇ ਤੇ ਰੋਕ ਹੈ, ਉਹ ਖੇਤਾਂ 'ਚ ਵੀ ਨਹੀਂ ਕਿਸਾਨ ਲਾ ਸਕਦੇ। ਸੋ ਮੈਨੂੰ ਇਹ ਲੱਗਦਾ ਕਿ ਜੋ ਕੁਝ ਵਾਪਰਿਆ ਪਿਛਲੇ 48 ਘੰਟਿਆਂ ਤੋਂ ਉਹ ਬਹੁਤ ਸ਼ਰਮਸਾਰ ਕਰਨ ਵਾਲਾ ਹੈ। ਸੰਵਿਧਾਨ ਦਿਵਸ ਕੱਲ੍ਹ ਮਨਾਇਆ, ਬੜਾ ਸਾਡਾ ਸਤਿਕਾਰਯੋਗ ਸੰਵਿਧਾਨ ਹੈ। ਲਿਖਣ ਵਾਲੀਆਂ ਸ਼ਖਸੀਅਤਾਂ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ, ਜੇ ਅੱਜ ਜਿਉਂਦੇ ਹੁੰਦੇ ਤੇ ਅੱਜ ਬੜੇ ਦੁਖੀ ਹੋਣੇ ਸੀ ਵੀ ਕੀ ਕੁਝ ਹੋਇਆ। ਦੇਖੋ, ਮੈਂ ਅੱਗੇ ਵੀ ਕਿਹਾ ਸੀ ਕਿ ਸਾਡੇ ਕਿਸਾਨਾਂ ਨੂੰ ਸੁਪਰੀਮ ਕੋਰਟ 'ਚ ਪਹਿਲ ਕਰ ਲੈਣੀ ਚਾਹੀਦੀ ਹੈ, ਪਹੁੰਚ ਕਰ ਲੈਣੀ ਚਾਹੀਦੀ ਹੈ। ਸੁਪਰੀਮ ਕੋਰਟ ਕੋਲੇ ਜਾ ਕੇ ਹੱਥ ਬੰਨ੍ਹ ਲੈਂਦੇ ਕਿ ਅਸੀਂ ਪ੍ਰੋਟੈਸਟ ਕਰਨਾ ਦਿੱਲੀ ਜਾ ਕੇ ਜੰਤਰ ਮੰਤਰ ਤੇ ਸਾਨੂੰ ਜਾ ਲੈਣ ਦਿਓ। ਆ ਬਿਹਾਰ ਦੀਆਂ ਚੋਣਾਂ ਹੋ ਗਈਆਂ, ਕਹਿੰਦੇ ਮਹਾਮਾਰੀ ਫੈਲੀ ਹੋਈ ਹੈ ਦਿੱਲੀ 'ਚ। ਬਿਹਾਰ ਦੀਆਂ ਚੋਣਾਂ ਹੋ ਗਈਆਂ, ਆ ਕਿੰਨੀਆਂ ਰੈਲੀਆਂ 'ਚ ਬੰਦੇ ਤੇ ਬੰਦਾ ਚੜ੍ਹਦਾ ਸੀ, ਮੈਂ ਦੇਖਿਆ। ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਤੇ ਵੀਡੀਓ ਪਈਆਂ ਨੇ ਅੱਜ ਕੱਲ੍ਹ ਜੀ। ਹੁਣ ਕਿਸਾਨਾਂ ਤੇ ਸਿਰਫ ਗੁੱਸਾ ਕੱਢਣ ਲੱਗੇ ਨੇ ਕਈ ਕੌਮੀ ਚੈਨਲ ਸਾਡੇ। ਮੈਂ ਕੱਲ ਸਾਰੇ ਚੈਨਲ ਸੁਣਦਾ ਰਿਹਾ, ਮੈਂ ਕੱਲ ਬੁਖਾਰ ਰਿਹਾ ਮੈਨੂੰ, ਮੈਂ ਜ਼ਿਆਦਾ ਬਾਹਰ ਨਿਕਲ ਨਹੀਂ ਸਕਿਆ। ਮੈਂ ਟੀਵੀ ਤੇ ਦੇਖਦਾ ਰਿਹਾ ਗਗਨ ਜੀ ਕੱਲ੍ਹ ਜੀ। ਕਈ ਪੱਤਰਕਾਰਾਂ ਨਾਲ ਮੈਂ ਟੈਲੀਫੋਨ ਤੇ ਰਾਬਤਾ ਬਣਾ ਕੇ ਰੱਖਿਆ। ਮੈਂ ਕੀ ਦੇਖਿਆ ਕਿ ਕਈ ਕੌਮੀ ਟੈਲੀਵਿਜ਼ਨ ਚੈਨਲਾਂ ਵਾਲਿਆਂ ਨੂੰ ਖੇਤੀਬਾੜੀ ਪੰਜਾਬ ਦੀ ਸਮਝ ਹੀ ਨਹੀਂ ਜੀ। ਨਾ ਉਹਨਾਂ ਨੂੰ ਹਰਿਆਣੇ ਦੀ ਖੇਤੀਬਾੜੀ ਦੀ ਸਮਝ ਹੈ, ਨਾ ਪੰਜਾਬ ਦੀ ਖੇਤੀਬਾੜੀ ਦੀ ਸਮਝ ਹੈ। ਔਰ ਕੌਮੀ ਚੈਨਲ ਕਿਸਾਨ ਮਸਲੇ ਨੂੰ ਜਦ ਸਮਝਦੇ ਹੀ ਨਹੀਂ ਤੇ ਆਲਤੂ ਫਾਲਤੂ ਉੱਥੇ ਉਹ ਬੋਲਣ ਲੱਗੇ ਹੋਏ ਸੀ। ਕਈ ਸਾਡੇ ਟੈਲੀਵਿਜ਼ਨ ਵਾਲੇ ਐਂਕਰ, ਕਈ ਬੀਬੀਆਂ ਸਾਡੀਆਂ, ਉਹ ਬੜੀਆਂ ਸਤਿਕਾਰਯੋਗ ਨੇ, ਪਰ ਬਿਨਾਂ ਪੜ੍ਹਾਈ ਤਾਂ ਅਸੀਂ ਜਵਾਕ ਨੂੰ ਨਹੀਂ ਇਮਤਿਹਾਨ 'ਚ ਜਾਣ ਦਿੰਦੇ। ਮੈਨੂੰ ਸਮਝ ਨਹੀਂ ਆਉਂਦਾ ਕਈ ਕੌਮੀ ਚੈਨਲਾਂ ਵਾਲੇ ਬੰਦੇ, ਕਈ ਕੌਮੀ ਚੈਨਲਾਂ ਵਾਲੇ ਇਹਨਾਂ ਪੱਤਰਕਾਰਾਂ ਨੂੰ ਥੋੜ੍ਹੀ ਬਹੁਤੀ ਟਿਊਸ਼ਨ ਰਖਾ ਦੇਣ ਕੋਈ ਖੇਤੀਬਾੜੀ ਦੀ ਮਾੜੀ ਮੋਟੀ ਕਿਤੇ ਜੀ। ਕੱਲੀ ਜਰਨਲਿਜ਼ਮ ਪੜ੍ਹਨ ਦੇ ਨਾਲ ਖੇਤੀਬਾੜੀ ਨਹੀਂ ਸਮਝ ਆਉਂਦੀ। ਸਾਡੇ ਕੋਰਸ ਹੈਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ, ਜਿਹਦੇ 'ਚ ਜਰਨਲਿਜ਼ਮ ਖੇਤੀਬਾੜੀ ਦੀ ਹੈ। ਸੋ ਪੰਜਾਬ ਦੇ ਬਹੁਤ ਸਾਰੇ ਪੱਤਰਕਾਰ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਬੰਧਿਤ ਨੇ, ਉਹਨਾਂ ਨੂੰ ਵਿਸ਼ਿਆਂ ਦੀ ਸਮਝ ਹੈ ਨਹੀਂ। ਮੈਂ ਬਹੁਤ ਲੰਮਾ ਸਮਾਂ ਰਿਪੋਰਟਿੰਗ ਕੀਤੀ ਹੈ ਸਿਰਫ ਖੇਤੀਬਾੜੀ ਯੂਨੀਵਰਸਿਟੀ ਦੀ। ਮੈਂ 5-7 ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਸਿਰਫ ਖਬਰਾਂ ਲਈ ਜਾਂਦਾ ਰਿਹਾ, ਦੁਨੀਆ ਭਰ 'ਚ ਟੈਲੀਵਿਜ਼ਨ ਚੈਨਲਾਂ ਤੇ ਖੇਤੀਬਾੜੀ ਦੀਆਂ ਖਬਰਾਂ ਦਿਖਾਉਂਦਾ ਰਿਹਾ, ਤਾਂ ਕਿਤੇ ਜਾ ਕੇ ਖੇਤੀ ਥੋੜ੍ਹੀ ਬਹੁਤੀ ਸਮਝ ਆਈ ਹੈ। ਮੈਂ ਬਾਰ-ਬਾਰ ਕਹਿੰਦਾ ਕਿ ਸਾਡੇ ਬਹੁਤੇ ਮੰਤਰੀਆਂ ਨੂੰ ਨਹੀਂ ਪਤਾ। ਕੌਮੀ ਚੈਨਲਾਂ ਤੇ ਕੱਲ੍ਹ ਡਿਬੇਟ ਹੋ ਰਹੀ ਸੀ, ਮੈਨੂੰ ਖੁਸ਼ੀ ਹੋਈ ਕਿ ਚਲੋ ਸਾਡੇ ਕਿਸਾਨਾਂ ਦਾ ਮਸਲਾ ਕੌਮੀ ਪੱਧਰ ਤੇ ਆਊਗਾ, ਪਰ ਉੱਥੇ ਗੱਲ ਕਰਨ ਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਖੇਤੀਬਾੜੀ ਦਾ ਸਾਡਾ ਮਸਲਾ ਕੀ ਹੈ ਜੀ। ਉਹਨਾਂ ਨੂੰ ਨਾ MSP ਦੀ ਸਮਝ ਹੈ ਗਹਿਰਾਈ ਤੋਂ, ਨਾ ਪੰਜਾਬ ਦੇ ਮੰਡੀਕਰਨ ਦੇ ਢਾਂਚੇ ਦੀ ਸਮਝ ਹੈ, ਨਾ ਉਹਨਾਂ ਨੂੰ ਪੰਜਾਬ ਦਾ ਕ੍ਰੌਪ ਪੈਟਰਨ ਪਤਾ। ਸੋ ਇਹ ਕਿਸੇ ਵੀ ਮੁਲਕ ਦੇ ਮੀਡੀਆ ਲਈ ਕਿਸੇ ਵੀ ਵਿਸ਼ੇ ਦੀ ਰਿਪੋਰਟਿੰਗ ਕਰਨ ਵਕਤ ਉਸ ਵਿਸ਼ੇ ਤੇ ਪਕੜ ਨਾ ਹੋਣਾ, ਮੈਂ ਕਹਿੰਦਾ ਇਹ ਬਹੁਤ ਖਤਰਨਾਕ ਸਥਿਤੀਆਂ ਬਣਦੀਆਂ ਨੇ ਦੇਸ਼ 'ਚ ਜੀ। ਸੋ ਮੈਂ ਬੜਾ ਹੈਰਾਨ ਹਾਂ ਕਿ ਕੌਮੀ ਮੀਡੀਆ ਦਾ ਜਿਹੜਾ ਰੁਖ ਰਿਹਾ ਉਹ ਬੜਾ ਨਾਪੱਖੀ ਰਿਹਾ। ਅਜਿਹਾ ਨਹੀਂ ਹੋਣਾ ਚਾਹੀਦਾ। ਪੰਜਾਬ ਮੁਲਕ ਦਾ ਹਿੱਸਾ ਹੈ। ਪੰਜਾਬ ਦੇ ਕਿਸਾਨਾਂ ਦਾ ਜਿਸ ਤਰੀਕੇ ਨਾਲ ਪ੍ਰਤੀਬਿੰਬ ਪੇਸ਼ ਕੀਤਾ ਗਿਆ ਕੱਲ੍ਹ, ਉਹ ਬੜਾ ਨਿੰਦਣਯੋਗ ਹੈ। ਔਰ ਮੈਂ ਇਹ ਮਹਿਸੂਸ ਕਰਦਾ ਕਿ ਜਦੋਂ ਕੁੜੱਤਣ ਬਣਦੀ ਹੈ ਕਿਸੇ ਇੱਕ ਭਾਈਚਾਰੇ 'ਚ, ਉਹਦਾ ਇੱਕ ਬਹੁਤ ਵੱਡਾ ਜਿਹੜਾ ਕਾਰਨ ਹੈ ਉਹ ਇਹ ਹੁੰਦਾ ਹੈ ਕਿ ਉਸ ਵਿਸ਼ੇ ਨਾਲ ਸੰਬੰਧਿਤ ਜਿਹੜੀ ਮੁਲਕ 'ਚ ਰਿਪੋਰਟਿੰਗ ਹੈ, ਕਿਉਂਕਿ ਮੀਡੀਆ ਇੱਕ ਬਹੁਤ ਵੱਡਾ ਥੰਮ ਹੈ ਜੀ, ਸੋ ਉਹਦੀ ਰਿਪੋਰਟਿੰਗ ਵੀ ਦਰੁਸਤ ਹੋਣੀ ਬੜੀ ਜ਼ਰੂਰੀ ਹੈ। ਮੈਂ ਪੰਜਾਬ ਵਾਲੇ ਦੇਖੋ, ਪੰਜਾਬ ਵਾਲੇ ਜਿੰਨੇ ਟੈਲੀਵਿਜ਼ਨ ਚੈਨਲ ਨੇ, ਭਾਵੇਂ ਉਹ ਨੈਸ਼ਨਲ ਚੈਨਲਾਂ ਦੇ ਹਿੱਸੇ ਨੇ, ਪੰਜਾਬ ਵਾਲਿਆਂ ਨੂੰ ਲਗਭਗ ਸਥਿਤੀਆਂ ਦਾ ਸਾਰੀਆਂ ਦਾ ਪਤਾ ਹੈ, ਪੰਜਾਬ ਦੇ ਕਿਸਾਨਾਂ ਦੀਆਂ ਵੀ ਔਰ ਹਰਿਆਣੇ ਦੇ ਕਿਸਾਨਾਂ ਦੀਆਂ ਵੀ ਜੀ। ਡੱਲਾ ਜੀ, ਜਿਸ ਤਰ੍ਹਾਂ ਬੀਤੇ ਦਿਨੀ ਆਪਾਂ ਸਭ ਨੇ ਵੇਖਿਆ ਕਿ
ਦੋ ਤਿੰਨ ਲੇਅਰਾਂ ਦੇ ਵਿੱਚ ਬਾਉਂਡਰੀ ਕੀਤੀ ਗਈ ਸੀ। ਪਹਿਲਾਂ ਕੰਡਿਆਲੀ ਤਾਰ ਲਾਈ ਜਾਂਦੀ ਹੈ, ਫਿਰ ਬੈਰੀਗੇਡਸ ਦੀਆਂ 3 ਪਰਤਾਂ ਲਾਈਆਂ ਜਾਂਦੀਆਂ ਨੇ, ਫਿਰ ਮਿੱਟੀ ਦੇ ਕੈਂਟਰ ਬੁਲਾ ਕੇ ਉਹ ਖੜਾਏ ਜਾਂਦੇ ਨੇ ਤੇ ਮਿੱਟੀ ਸੁੱਟ ਵੀ ਦਿੱਤੀ ਜਾਂਦੀ ਹੈ। ਵੱਡੇ ਵੱਡੇ ਪੱਥਰ ਕਰੇਨਾਂ ਦੇ ਨਾਲ ਰਖਾਏ ਜਾਂਦੇ ਨੇ। ਇੰਨੀਆਂ ਚੀਜ਼ਾਂ ਦੀ ਜ਼ਰੂਰਤ ਲੱਗਦੀ ਸੀ ਕਿਸੇ ਸੂਬੇ ਨੂੰ ਦੂਜੇ ਦੇਖੋ ਮੈਂ ਉਹੀ ਗੱਲ ਤੁਹਾਨੂੰ ਕਹਿਣ ਲੱਗਿਆ। ਮੈਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਹਰਿਆਣਾ ਦਾ ਰੋਲ ਬੜਾ ਨਾਪੱਖੀ ਰਿਹਾ ਜੀ। 26 ਤੇ 27 ਦੇ ਦਿਨ ਇਹ ਇਤਿਹਾਸ 'ਚ ਪੰਜਾਬ ਤੇ ਹਰਿਆਣਾ ਦੇ ਵਿੱਚ ਆਪਸੀ ਮਿਲਵਰਤਨ ਨੂੰ ਸੱਟ ਮਾਰਨ ਵਾਲੇ ਦਿਨ ਹੈ। ਆਪਸੀ ਭਾਈਚਾਰਕ ਸਾਂਝ ਸੀ ਜਿਹੜੀ, ਉਹ ਹਰਿਆਣੇ ਦੀ ਸਰਕਾਰ ਨੇ ਉਹਦੇ ਤੇ ਇੱਕ ਖਤਰਾ ਖੜਾ ਕਰਤਾ ਜੀ। ਹੁਣ ਮੈਨੂੰ ਨਹੀਂ ਲੱਗਦਾ ਸਤਲੁਜ ਜਮਨਾ ਲਿੰਕ ਨਹਿਰ ਤੇ ਕੋਈ ਬਹਿ ਕੇ ਗੱਲਬਾਤ ਹੋ ਜੂ। ਸੁਪਰੀਮ ਕੋਰਟ ਬਾਰ-ਬਾਰ ਕਹਿ ਰਹੀ ਹੈ ਕੇਂਦਰ ਨੂੰ ਵੀ ਕਿ ਪੰਜਾਬ ਤੇ ਹਰਿਆਣਾ ਬਹਿ ਕੇ ਗੱਲ ਕਰ ਲੈਣ। ਹੁਣ ਪੰਜਾਬ ਕੀ ਗੱਲ ਕਰੂਗਾ? ਹਰਿਆਣੇ ਵਾਲੇ ਮੰਗਦੇ ਨੇ ਪਾਣੀ, ਰਸਤੇ ਰੋਕਦੇ ਨੇ। ਜਿਹੜਾ ਕੌਮੀ ਸ਼ਾਹਰਾਹ ਹੈ, ਜਿਹੜਾ ਨੈਸ਼ਨਲ ਮਾਰਗ ਹੈ, ਉਹ ਤਾਂ ਕੌਮੀ ਮਾਰਗ ਹੈ ਜੀ। ਉਹ ਕੱਲੀ ਹਰਿਆਣੇ ਵਾਲੇ ਕਿਸੇ ਪਿੰਡ ਚੋਂ ਨਿਕਲਦੀ ਸੜਕ ਨਹੀਂ ਹੈਗੀ, ਉਹ ਕੌਮੀ ਸ਼ਾਹਰਾਹ ਹੈ। ਸੋ ਉਹਦੇ ਉੱਤੇ ਇਸ ਤਰੀਕੇ ਨਾਲ ਗੈਰ ਵਾਜਿਬ ਤਰੀਕੇ ਦੇ ਨਾਲ ਬਾਰਡਰ ਨੂੰ ਸੀਲ ਕਰ ਦੇਣਾ, ਉਹ ਬਹੁਤ ਗਲਤ ਗੱਲ ਹੈ। ਹਰਿਆਣੇ ਨੂੰ ਦੇਖੋ ਚਾਹੀਦਾ ਕੀ ਸੀ? ਕਿਸਾਨਾਂ ਨੇ ਤਾਂ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਰਹੇ ਨੇ। ਸਾਡੇ ਕਿਸਾਨ ਤਾਂ ਉਹ ਟਰਾਲੀਆਂ ਟਰੈਕਟਰਾਂ 'ਚ ਗਏ ਨੇ ਜੀ, ਸ਼ਾਂਤੀਪੂਰਵਕ ਪ੍ਰੋਟੈਸਟ ਕਰ ਰਹੇ ਨੇ। ਪੰਜਾਬ 'ਚ ਇੱਕ ਹਿੰਸਾ ਨਹੀਂ ਹੋਈ, ਇੱਕ ਰੇਲ ਦੀ ਪਟੜੀ ਨਹੀਂ ਪੱਟੀ ਗਈ, ਇੱਕ ਰੇਲ ਦਾ ਤੋੜ-ਫੋੜ ਨਹੀਂ ਹੋਈ। ਇਸ ਤੋਂ ਵੱਧ ਹੁਣ ਸਾਡਾ ਕਿਸਾਨ ਕੀ ਕਰਦੇ? ਫਿਰ ਤਾਂ ਇਹੀ ਹੈ ਵੀ ਸਾਡਾ ਕਿਸਾਨ ਆਪਣੀ ਜ਼ਿੰਦਗੀ ਦੀ ਚਾਬੀ ਤੁਹਾਡੇ ਹੱਥ ਦੇ ਜਾ ਕੇ ਵੀ ਲਓ ਜੀ, ਜਿਵੇਂ ਮਰਜ਼ੀ ਕਰ ਲਓ। ਇਸ ਦੇ ਬਾਵਜੂਦ ਕਿਸਾਨਾਂ ਨੂੰ ਰੋਕਣਾ ਕਿ ਅਸੀਂ ਅੱਗੇ ਨਹੀਂ ਲੰਘਣ ਦੇਣੇ, ਅਸੀਂ ਬਾਰਡਰ ਜਾਮ ਕਰ ਦਿਆਂਗੇ। ਆ ਚੋਣਾਂ ਸੀਗੀਆਂ ਉਪ ਚੋਣਾਂ ਹਰਿਆਣੇ 'ਚ, ਉਦੋਂ ਕਿੱਥੇ ਚੱਲ ਗਈ ਸੀ ਮਹਾਮਾਰੀ ਆ ਕਰੋਨਾ ਜੀ। ਆ ਪਿੱਛੇ ਜੇ ਹਰਿਆਣੇ 'ਚ ਉਪ ਚੋਣਾਂ ਹੋਈਆਂ ਨੇ, ਆ ਰੈਲੀਆਂ 'ਚ ਇਹੋ ਜਿਹੀ ਭੀੜ ਸੀ। ਸੋ ਇਸ ਕਰਕੇ ਠੀਕ ਹੈ, ਮੈਂ ਅੱਗੇ ਵੀ ਕਹਿੰਦਾ ਸੀ ਕਿ ਪਰਨੇ ਮਾਸਕ ਉਹ ਦਿੱਤੇ ਜਾਣੇ ਚਾਹੀਦੇ, ਉਹ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਕੰਮ। ਆ ਦਿੱਲੀ ਵਾਲਿਆਂ ਦੀ ਵੀ ਪਰਖ ਹੋ ਜਾਣੀ ਹੈ। ਇਹ ਕਹਿੰਦੇ ਸੀ ਅਸੀਂ ਸਵਾਗਤ ਕਰਾਂਗੇ ਦਿੱਲੀ ਆਇਆਂ ਤੋਂ। ਆਪ ਵਾਲੇ ਵੀ ਕਹਿੰਦੇ ਸੀ ਕਿ ਕਿਸਾਨਾਂ ਦਾ ਅਸੀਂ ਦਿੱਲੀ 'ਚ ਸਵਾਗਤ ਕਰਾਂਗੇ। ਆ ਸ਼ਾਮ ਤੱਕ ਸਾਰੀਆਂ ਰਿਪੋਰਟਾਂ ਇਕੱਠੀਆਂ ਹੋ ਜਾਣਗੀਆਂ ਅੱਜ ਕਿ ਕੀ ਸਵਾਗਤ ਕੀਤਾ ਗਿਆ। ਹਰਿਆਣੇ ਦੇ ਮੁੱਖ ਮੰਤਰੀ ਦਾ ਰੋਲ ਹੈ ਜਿਹੜਾ ਬੜਾ ਨਾਪੱਖੀ ਰਿਹਾ। ਖੱਟੜ ਉਹਨਾਂ ਦਾ ਇਹੋ ਜਿਹੀ ਆਸ ਨਹੀਂ ਸੀ। ਬੜੀ ਸਿਆਣੀ ਜਿਹੜੀ ਹੈ ਉਹਨਾਂ ਦੀ ਸੂਝ-ਬੂਝ ਵਾਲੀ ਜਿਹੜੀ ਇਮੇਜ ਸੀਗੀ, ਉਹਨਾਂ ਦਾ ਰੁਤਬਾ ਲੱਗਦਾ ਸੀ ਕਿ ਬੜੇ ਸ਼ਾਂਤ ਸੁਭਾਅ ਵਾਲੇ ਨੇ। ਪਰ ਜਿਸ ਤਰ੍ਹਾਂ ਦੇ ਬਿਆਨ ਹਰਿਆਣੇ ਦੇ ਮੁੱਖ ਮੰਤਰੀ ਨੇ ਇਸ ਕਿਸਾਨੀ ਅੰਦੋਲਨ ਨੂੰ ਲੈ ਕੇ ਦਿੱਤੇ ਨੇ, ਮੈਂ ਹੈਰਾਨ ਬੜਾ। ਉਹ ਕੈਪਟਨ ਅਮਰਿੰਦਰ ਨੂੰ ਕਹੀ ਜਾਂਦਾ, ਕਹਿੰਦਾ ਤੁਸੀਂ ਭੜਕਾ ਰਹੇ ਹੋ ਪੰਜਾਬ ਦੇ ਕਿਸਾਨਾਂ ਨੂੰ ਜੀ। ਫਿਰ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਨੀ ਬਣਦੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਹਰਿਆਣੇ ਵਾਲਿਆਂ ਨੂੰ ਵੀ ਭੜਕਾ ਗਿਆ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਹੋਵੇ ਹਰਿਆਣੇ ਦਾ, ਤੇ ਹਰਿਆਣੇ ਦੇ ਕਿਸਾਨਾਂ ਨੂੰ ਵੀ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਭੜਕਾ ਗਿਆ। ਫਿਰ ਤਾਂ ਤੁਸੀਂ ਅਸਤੀਫਾ ਦੇ ਦਿਓ ਸ਼ਾਮ ਨੂੰ ਅੱਜ ਜੀ, ਹੈ ਜੀ। ਜੇ ਹਰਿਆਣੇ ਦੇ ਕਿਸਾਨ ਮੰਨਦੇ ਹੀ ਕੈਪਟਨ ਅਮਰਿੰਦਰ ਦੀ ਹੈ ਤੇ ਖੱਟੜ ਸਾਹਿਬ ਨੂੰ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਫਿਰ। ਸੋ ਇਸ ਕਰਕੇ ਇਹ ਬਿਆਨ ਬੜੇ ਮੈਨੂੰ ਚੰਗੇ ਨਹੀਂ ਲੱਗੇ ਜਿਹੜੇ ਬਿਆਨ ਖੱਟੜ ਸਾਹਿਬ ਨੇ ਵੀ ਦਿੱਤੇ ਆ ਕੈਪਟਨ ਅਮਰਿੰਦਰ ਬਾਰੇ। ਦੇਖੋ ਕੋਈ ਵੀ ਪੋਲੀਟੀਕਲ ਪਾਰਟੀ ਜਦੋਂ ਇਹ ਕਹਿੰਦੀ ਹੈ ਨਾ ਕਿ ਕਿਸਾਨਾਂ ਨੂੰ ਗੁੰਮਰਾਹ ਕਰਤਾ, ਕਿਸਾਨਾਂ ਨੂੰ ਭੜਕਾਤਾ, ਇਹਦਾ ਮਤਲਬ ਹੈ ਕਿ ਸਰਕਾਰ ਦੇ ਵਿੱਚ ਤਾਕਤ ਹੀ ਨਹੀਂ। ਐਡੀ ਸਾਧਨ ਤੁਹਾਡੇ ਕੋਲੇ, ਅੱਧੇ ਤੋਂ ਵੱਧ ਕੌਮੀ ਚੈਨਲ ਤੁਹਾਡੇ, ਸਾਰਾ ਮੀਡੀਆ ਵੱਡੀ ਗਿਣਤੀ ਤੁਹਾਡਾ, ਸਰਕਾਰੀ ਚੈਨਲ ਤੁਹਾਡੇ, ਰੇਡੀਓ ਤੁਹਾਡੇ, ਪੁਲਿਸ ਤੁਹਾਡੀ, ਹੈ ਜੀ। ਇਸ ਦੇ ਬਾਵਜੂਦ ਵੀ ਜੇ ਵਿਰੋਧੀ ਕਿਸਾਨਾਂ ਨੂੰ ਗੁੰਮਰਾਹ ਕਰ ਗਏ, ਇਹਦਾ ਮਤਲਬ ਹੈ ਤੁਹਾਡੀ ਤਾਕਤ ਹੀ ਹੈ ਨਹੀਂ। ਫਿਰ ਤੁਸੀਂ ਤਾਂ ਪ੍ਰਬੰਧਕ ਚੰਗੇ ਨਿਕਲੇ ਨਹੀਂ ਫਿਰ, ਹੈ ਜੀ। ਘਰ ਤੁਹਾਡਾ ਹੋਵੇ, ਬਿਜਲੀ ਮੈਂ ਵਰਤੀ ਜਾਵਾਂ, ਇਹ ਤਾਂ ਉਹ ਗੱਲ ਹੋ ਗਈ ਨਾ ਜੀ। ਤੇ ਤੁਸੀਂ ਕੁਛ ਕਰ ਹੀ ਨਾ ਸਕੋ, ਉਹ ਹਾਲਤ ਹੈ ਸਰਕਾਰ ਦੀ। ਸਰਕਾਰ ਕਹਿੰਦੀ ਵਿਰੋਧੀਆਂ ਨੇ ਗੁੰਮਰਾਹ ਕਰਤੇ, ਇਹਦਾ ਮਤਲਬ ਹੈ ਸਰਕਾਰ ਕਿੱਥੇ ਗਈ ਫਿਰ? ਜੇ ਵਿਰੋਧੀ ਐਡੇ ਤਕੜੇ ਹੋ ਗਏ, ਇਹ ਹੁਣ ਦੇਖੋ ਜਦੋਂ ਅਜਿਹੀ ਗੱਲ ਆ ਜਾਂਦੀ, ਮੈਂ ਦੇਖਦਾ ਕਈ ਬੀਜੇਪੀ ਦੇ ਲੀਡਰ ਕਾਂਗਰਸ ਦੇ ਜ਼ਿੰਮੇ ਲਾ ਦਿੰਦੇ। ਜੇ ਕਾਂਗਰਸ ਐਡੀ ਹੋਈ ਤਕੜੀ ਹੁੰਦੀ ਤੇ ਉਹ ਤੁਹਾਡੀ ਥਾਂ ਤੇ ਬੈਠੀ ਹੁੰਦੀ। ਜੇ ਕਾਂਗਰਸ ਦੀ ਗੱਲ ਕਿਸਾਨ ਐਡੀ ਮੰਨਦੇ ਹੁੰਦੇ ਤਾਂ ਫਿਰ ਬੀਜੇਪੀ ਵਿਰੋਧੀ ਧਿਰ 'ਚ ਹੁੰਦੀ ਤੇ ਕਾਂਗਰਸ ਸੱਤਾ 'ਚ ਹੁੰਦੀ। ਸੋ ਬੀਜੇਪੀ ਦੇ ਲੀਡਰਾਂ ਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਵੀ ਕਾਂਗਰਸ ਗੁੰਮਰਾਹ ਕਰ ਗਈ ਕਿਸਾਨਾਂ ਨੂੰ। ਕਾਂਗਰਸ ਦੀ ਗੱਲ ਵੀ ਨਹੀਂ ਮੰਨਦੇ ਕਿਸਾਨ ਆਪਣੇ ਮਨ ਦੀ ਗੱਲ ਮੰਨਦੇ, ਆਪਣੀਆਂ ਜਥੇਬੰਦੀਆਂ, ਆਪਣੇ ਸੰਗਠਨ। ਨਾਲੇ ਝੋਨਾ ਲਾਉਣ ਤੋਂ ਪਹਿਲਾਂ ਪੰਜਾਬ ਦਾ ਕਿਸਾਨ ਕੈਪਟਨ ਅਮਰਿੰਦਰ ਤੋਂ ਪੁੱਛ ਕੇ ਥੋੜੀ ਜਾਂਦਾ। ਬਿਲਕੁਲ, ਹੈ ਜੀ। ਮੰਡੀ ਗਿਆ ਕਿਸਾਨ ਪਹਿਲਾਂ ਪੁੱਛੂਗਾ ਕਾਂਗਰਸ ਤੋਂ ਵੀ ਮੈਂ ਦੱਸੋ ਜੀ ਬੀਜ ਲਿਆਵਾਂ, ਮਿਲਦੇ ਆ ਮੈਨੂੰ ਸਸਤੇ। ਸੋ ਇਹ ਬਹੁਤ ਦੇਖੋ ਜਿਹੜੀ ਹਰਿਆਣੇ ਵਾਲੀ ਗੱਲ ਹੈ, ਹਰਿਆਣੇ ਨੇ, ਪੰਜਾਬ ਦੇ ਲੋਕ ਹਮੇਸ਼ਾ ਇਹ ਕਹਿੰਦੇ ਨੇ ਵੀ ਹਰਿਆਣਾ ਛੋਟਾ ਭਰਾ ਹੈ, ਛੋਟਾ ਸੂਬਾ ਹੈ ਸਾਡਾ।
ਹੁਣ ਉਹ ਸਤਲੁਜ ਯਮੁਨਾ ਲਿੰਕ ਨਹਿਰ ਤੇ ਜੇ ਕੋਈ ਸਹਿਮਤੀ ਵਾਲੀ ਗੱਲ ਦਿਖਦੀ ਵੀ ਗਗਨ, ਉਹ ਨਹੀਂ ਬਣਨੀ ਸਹਿਮਤੀ ਜੀ। ਪੋਲੀਟੀਕਲ ਲੋਕਾਂ ਨੇ, ਇਹ ਪੋਲੀਟੀਕਲ ਲੋਕ ਹੀ ਮਸਲੇ ਨਿਬੇੜਦੇ ਨੇ, ਖਰਾਬ ਕਰਦੇ ਨੇ, ਨਿਬੇੜਦੇ ਨਹੀਂ ਖਰਾਬ ਕਰਦੇ ਆ। ਬਿਲਕੁਲ। ਸੋ ਜੇ ਹਰਿਆਣਾ ਰਾਹ ਛੱਡ ਦਿੰਦਾ ਤੇ ਪੰਜਾਬ ਦੇ ਕਿਸਾਨਾਂ ਨੇ ਸ਼ਾਂਤੀਪੂਰਵਕ ਪ੍ਰੋਟੈਸਟ ਕਰਨਾ ਸੀ, ਹੈ ਜੀ। ਜੀ। ਜੇ ਤਾਰਾ ਲਾਹੌਰ ਜਾ ਸਕਦਾ ਹੈ ਤੇ ਕਿਸਾਨ ਦਿੱਲੀ ਕਿਉਂ ਨਹੀਂ ਜਾ ਸਕਦਾ? ਬਿਲਕੁਲ। ਹੈ ਜੀ। ਜੀ। ਸੋ ਇਸ ਕਰਕੇ ਅੱਜ ਦੇਖੋ ਦੋ ਚੀਜ਼ਾਂ ਨੇ। ਹਮੇਸ਼ਾ ਮੈਂ ਇਹ ਮੰਨਦਾ ਕਿ ਸਾਡੇ ਮੁਲਕ ਲਈ ਬਾਰਡਰ ਇੱਕੋ ਹੀ ਹੈ, ਪਾਕਿਸਤਾਨ ਵਾਲਾ ਜਾਂ ਚੀਨ ਵਾਲਾ। ਸਾਡੇ ਮੁਲਕ 'ਚ ਬਾਰਡਰ ਇੱਕੋ ਹੀ ਹੈ, ਪਰ ਜੇ ਅਸੀਂ ਕਿਸਾਨਾਂ ਨੂੰ ਇਹ ਪ੍ਰਭਾਵ ਦੇਵਾਂਗੇ ਨਾ ਕਿ ਹਰਿਆਣੇ ਦਾ ਵੀ ਬਾਰਡਰ ਹੁੰਦਾ, ਉਹ ਵੀ ਉਦੋਂ ਜਦੋਂ ਉਹ ਆਪਣੀ ਡੈਮੋਕ੍ਰੈਟਿਕ ਸੰਘਰਸ਼ ਤੇ ਨੇ, ਲੋਕਤੰਤਰਿਕ ਲੜਾਈ ਤੇ। ਉਹ ਲੁੱਟਣ ਥੋੜੀ ਜਾ ਰਹੇ ਸੀ ਦਿੱਲੀ, ਡਾਕਾ ਮਾਰਨ ਥੋੜੀ ਚੱਲੇ ਸੀ ਕਿਸਾਨ ਦਿੱਲੀ ਵੀ ਆਪਾਂ ਪੁਲਿਸ ਲਾ ਕੇ ਉਹਨਾਂ ਨੂੰ ਰੋਕ ਲਈਏ। ਬਿਲਕੁਲ। ਨਾਲੇ ਅੱਜ ਖੱਟੜ ਸਾਹਿਬ ਨੂੰ ਇਹ ਯਾਦ ਆ ਗਿਆ ਜੋ ਕੁਝ ਖੱਟੜ ਸਾਹਿਬ ਦੇ ਉੱਥੇ ਅੰਦੋਲਨ 'ਚ ਹੋਇਆ, ਉੱਥੇ ਆਬਰੂਆਂ ਲੁੱਟੀਆਂ ਗਈਆਂ, ਖੱਟੜ ਸਾਹਿਬ ਉਦੋਂ ਤਾਂ ਕੁਝ ਕਰ ਨਹੀਂ ਸਕੇ। ਉਦੋਂ ਕਿੱਥੇ ਗਏ ਸੀ ਹਰਿਆਣੇ ਵਾਲੇ ਖੱਟੜ ਸਾਹਿਬ? ਬਿਲਕੁਲ। ਉਦੋਂ ਹਰਿਆਣੇ ਦੇ ਮੁੱਖ ਮੰਤਰੀ ਤੋਂ ਕੁਝ ਨਹੀਂ ਹੋਇਆ। ਤੁਹਾਨੂੰ ਪਤਾ ਕੀ ਕੁਝ ਹੋਇਆ ਹਰਿਆਣੇ 'ਚ? ਬਿਲਕੁਲ। ਕੀ ਕੁਝ ਹਰਿਆਣੇ 'ਚ ਹੋਇਆ ਸੀ? ਭਾਰਤ ਦੇ ਇਤਿਹਾਸ ਤੇ ਕਾਲਾ ਧੱਬਾ ਹਰਿਆਣੇ 'ਚ ਲੱਗਿਆ, ਤੇ ਪੰਜਾਬ ਦੇ ਕਿਸਾਨਾਂ ਨੇ ਤਾਂ ਕੀਤਾ ਹੀ ਕੁਝ ਨਹੀਂ। ਉਹ ਤਾਂ ਸ਼ਾਂਤੀਪੂਰਵਕ ਜਾਣ ਵਾਲੇ ਸਾਰੇ ਸੀਗੇ। ਸੋ ਇਹ ਮੈਂ ਇਹ ਕਹੂੰਗਾ ਇੱਕ ਸਿਆਸੀ ਪਾੜ ਪਾਤਾ ਅੱਜ ਹਰਿਆਣੇ ਨੇ ਜੀ। ਜੀ। ਇਹ ਖੱਟੜ ਸਾਹਿਬ ਨੇ ਇੱਕ ਸਿਆਸੀ ਪਾੜ ਪਾਤਾ ਪੰਜਾਬ ਤੇ ਹਰਿਆਣੇ ਦਾ, ਤੇ ਇਹ ਸਿਆਸੀ ਪਾੜ ਦਾ ਨੁਕਸਾਨ ਸਾਡੇ ਮੁਲਕ ਨੂੰ ਹੋਣਾ। ਖੱਟੜ ਸਾਹਿਬ ਤਾਂ ਹੁਣ ਮੁੱਖ ਕਹਿੰਦੇ MSP ਖਤਮ ਨਹੀਂ ਹੋਊ। ਕਹਿੰਦੇ ਜੇ MSP ਖਤਮ ਹੁੰਦੀ ਹੈ ਤੇ ਮੈਂ ਰਾਜਨੀਤੀ ਤੋਂ ਅਸਤੀਫਾ ਦੇ ਦੂੰ। ਜੀ ਅਸੀਂ ਤੁਹਾਡੀ ਰਾਜਨੀਤੀ ਤੋਂ ਕੀ ਲੈਣਾ ਜੀ? ਜੇ ਉਹਨਾਂ ਨੇ MSP ਬੰਦ ਕਰਤੀ ਤੇ ਤੁਸੀਂ ਰਾਜਨੀਤੀ ਤੋਂ ਛੱਡ ਦਿਓਗੇ ਤੇ ਸਾਡੇ ਮਸਲੇ ਹੱਲ ਹੋ ਜਾਣਗੇ? ਦੱਸੋ। ਬਿਲਕੁਲ। ਕਿਸਾਨਾਂ ਅੱਗੇ ਸੁਰਿੰਦਰ ਡੱਲਾ, ਪ੍ਰਧਾਨ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਨੋਹਰ ਲਾਲ ਖੱਟੜ ਕੀ ਹੈ ਕਿਸਾਨਾਂ ਅੱਗੇ? ਬਿਲਕੁਲ। ਹੈ ਜੀ। ਸੰਵਿਧਾਨ ਅੱਗੇ ਸਾਡੀ ਤੁਹਾਡੀ ਕਿਸੇ ਦੀ ਵੀ ਕੀ ਹੈਸੀਅਤ ਹੈ? ਸੰਵਿਧਾਨ ਵੱਡਾ ਹੈ ਮੁਲਕ ਦਾ, ਬਿਲਕੁਲ। ਕਾਨੂੰਨ ਵੱਡਾ ਮੁਲਕ ਦਾ। ਸੋ ਮੈਂ ਇਹ ਗੱਲ ਦੀ ਕਮੀ ਰਹੀ, ਕਿਸਾਨਾਂ ਨੂੰ ਅਪੀਲ ਵੀ ਕਈ ਵਾਰੀ ਹੋਈ ਹੈ, ਕਿਸਾਨਾਂ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਸੀ ਵੀ ਲੋਕਤਾਂਤਰਿਕ ਅਧਿਕਾਰ ਹੈ ਸਾਡਾ, ਅਸੀਂ ਅੰਦੋਲਨ ਕਰਨਾ ਹੈ ਤੇ ਸੁਪਰੀਮ ਕੋਰਟ ਦਿਸ਼ਾ ਨਿਰਦੇਸ਼ ਦੇਵੇ ਤੇ ਸਾਨੂੰ ਦਿੱਲੀ 'ਚ ਥਾਂ ਦੇਵੇ। ਦੇਖੋ ਥਾਂ ਕਿਸੇ ਨੇ ਨਹੀਂ ਦਿੱਤੀ ਦਿੱਲੀ 'ਚ। ਬਿਲਕੁਲ। ਆਉਣ ਵਾਲੇ ਸਮੇਂ 'ਚ ਰੈਲੀਆਂ ਹੋਣੀਆਂ ਪੰਜਾਬ 'ਚ, ਜੱਟਾਂ ਨੇ ਥਾਂ ਨਹੀਂ ਦੇਣੀ। ਬਿਲਕੁਲ। ਸਰਕਾਰੀ ਥਾਵਾਂ ਤੇ ਚੋਣ ਕਮਿਸ਼ਨ ਦੀ ਪਾਬੰਦੀ ਹੁੰਦੀ ਹੈ ਵੀ ਤੁਸੀਂ ਸਕੂਲ 'ਚ ਰੈਲੀ ਨਹੀਂ ਕਰ ਸਕਦੇ। ਸੋ ਪਰ ਇਹ ਜਿਹੜੀ ਪਿੜਤ ਅੱਜ ਪਈ ਹੈ, ਮਾੜੀ ਪਿੜਤ ਪਈ ਹੈ। ਕਿਸਾਨ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਸੀ ਤੇ ਉਹਨਾਂ ਨੂੰ ਜਾਣ ਦੇਣਾ ਸੀ, ਉਹ ਜਾ ਕੇ ਜੰਤਰ ਮੰਤਰ ਤੇ ਆਪਣਾ ਪ੍ਰੋਟੈਸਟ ਕਰਦੇ। ਸੋ ਇਹਦੇ ਨਾਲ ਪਾੜਾ ਵਧਿਆ, ਸਰਕਾਰ ਤੇ ਕਿਸਾਨਾਂ 'ਚ ਫਾਸਲਾ ਪੈ ਗਿਆ। ਔਰ ਹੁਣ ਇਹ ਅੰਦੋਲਨ ਗਗਨ ਮੈਨੂੰ ਡਰ ਹੈ ਕਿਤੇ ਹੋਰ ਜ਼ਿਆਦਾ ਨਾ ਭਖੇ। ਕਿਸਾਨ ਸ਼ਾਂਤੀਪੂਰਵਕ ਰਹਿਣਗੇ। ਹੁਣ ਜੇ ਤੁਸੀਂ ਉਹਨਾਂ ਨੂੰ ਅੰਬਾਲਾ ਪਾਰ ਨਹੀਂ ਕਰਨ ਦੇਣਾ ਤੇ ਜੇ ਉਹ ਅੰਬਾਲੇ ਦੇ ਇਸ ਪਾਸੇ ਬਹਿ ਜਾਣ ਵੀ ਅਸੀਂ ਤੁਹਾਨੂੰ ਪਾਰ ਨਹੀਂ ਕਰਨ ਦੇਣਾ, ਤੇ ਫਿਰ ਕਿੱਧਰ ਨੂੰ ਜਾਊਗੀ ਗੱਲ? ਬਿਲਕੁਲ। ਹੈ ਜੀ। ਸੋ ਇਸ ਸੰਘਰਸ਼ ਦੇ ਵਿੱਚੋਂ ਕਈ ਗੱਲਾਂ ਨਿਕਲ ਕੇ ਸਾਹਮਣੇ ਵੀ ਆਏ ਨੇ। ਹਾਲਾਂਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਕਿਸਾਨਾਂ ਦੇ ਵੱਲੋਂ ਰਸਤੇ ਰੋਕੇ ਜਾਣੇ ਆ, ਪਰ ਇਹ ਉਲਟ ਹੋਇਆ ਕਿ ਪ੍ਰਸ਼ਾਸਨ ਦੇ ਵੱਲੋਂ ਰਸਤੇ ਰੋਕੇ ਗਏ, ਕਿਸਾਨਾਂ ਦੇ ਵੱਲੋਂ ਰਸਤੇ ਦਿੱਤੇ ਗਏ ਸੀ। ਸੋ ਉਹਦੇ ਦੂਜੇ ਪਾਸੇ ਜੇ ਟਵਿੱਟਰ ਜੰਗ ਦੀ ਗੱਲ ਦੇਖੀਏ ਡੱਲਾ ਜੀ, ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਤੇ ਉਸ ਤੋਂ ਬਾਅਦ ਮਨੋਹਰ ਲਾਲ ਖੱਟੜ ਹੋਣਾ ਦਾ ਟਵੀਟ ਆਉਂਦਾ ਹੈ ਕਿ ਅਸੀਂ 3-4 ਦਿਨ ਤੋਂ ਗੱਲਬਾਤ ਕਰਨਾ ਚਾਹੁੰਦੇ ਹਾਂ ਤੁਹਾਡੇ ਨਾਲ, ਪਰ ਤੁਸੀਂ ਸਾਡੇ ਨਾਲ ਗੱਲਬਾਤ ਨਹੀਂ ਕੀਤੀ। ਨਹੀਂ ਦੇਖੋ, ਉਹ ਤਾਂ ਕੈਪਟਨ ਅਮਰਿੰਦਰ ਨੇ ਸਾਫ਼ ਕੀਤਾ ਗਗਨ। ਕੈਪਟਨ ਅਮਰਿੰਦਰ ਕਹਿੰਦਾ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ, ਕੱਲ ਮੈਂ ਅਮਿਤ ਸ਼ਾਹ ਉਹਨਾਂ ਨਾਲ ਵੀ ਗੱਲ ਕੀਤੀ ਹੈ, ਖੇਤੀਬਾੜੀ ਮੰਤਰੀ ਨਾਲ ਵੀ ਗੱਲ ਕੀਤੀ ਹੈ। ਤੇ ਦੇਖੋ ਦੋ ਗੱਲਾਂ ਕਹਿਣਾ, ਜੇ ਇੱਕ ਸੂਬੇ ਦਾ ਮੁੱਖ ਮੰਤਰੀ ਦੂਜੇ ਸੂਬੇ ਦੇ ਮੁੱਖ ਮੰਤਰੀ ਨਾਲ ਸੰਪਰਕ ਹੀ ਨਹੀਂ ਕਰ ਸਕਦਾ, ਹੈ ਜੀ, ਜੇ ਤੁਹਾਨੂੰ ਸਾਈਕਲ ਦੀ ਚੈਨ ਹੀ ਨਹੀਂ ਚੜਾਉਣੀ ਆਉਂਦੀ, ਤੁਸੀਂ ਰੇਸ ਕੀ ਖੇਡੋਗੇ? ਬਿਲਕੁਲ। ਹੈ ਜੀ, ਕੀ ਕਰੋਗੇ ਤੁਸੀਂ? ਇਹ ਉਹੀ ਗੱਲ ਹੈ ਜਿਹਨੂੰ ਮੋਢੇ ਤੇ ਕਈ ਨਹੀਂ ਚੱਕਣੀ ਆਈ, ਉਹਨੇ ਕੀ ਝੋਨਾ ਬੀਜਣਾ ਤੇ ਕੀ ਮੱਕੀ ਬੀਜਣੀ ਹੈ। ਡੱਲਾ ਸਵਾਲ ਇੱਥੇ ਇਹ ਵੀ ਵੱਡਾ ਹੈ ਨਾ ਕਿ ਆਖਿਰਕਾਰ ਗੱਲ ਹਰਿਆਣੇ ਦੇ ਨਾਲ ਤਾਂ ਪੰਜਾਬ ਦੀ ਕੋਈ ਹੈ ਹੀ ਨਹੀਂ ਨਾ, ਗੱਲ ਤਾਂ ਕੇਂਦਰ ਦੇ ਨਾਲ ਹੈ। ਬਿਲਕੁਲ ਹਰਿਆਣੇ ਨਾਲ ਕੋਈ ਟਕਰਾਅ ਹੀ ਨਹੀਂ। ਨਾਲੇ ਹਰਿਆਣੇ ਦੇ ਕਿਸਾਨ ਤਾਂ ਆਪ ਅੰਦੋਲਨ ਕਰਦੇ ਨੇ, ਜਾਂ ਤਾਂ ਖੱਟੜ ਸਾਹਿਬ ਦਾ ਘਰ, ਖੱਟੜ ਸਾਹਿਬ ਵਾਲੇ ਕਿਸਾਨ ਸਾਰੇ ਸ਼ਾਂਤ ਹੋਣ। ਦੇਖੋ ਖੱਟੜ ਸਾਹਿਬ ਤਾਂ ਕਹਿੰਦੇ ਉੱਥੇ ਹੀ ਪਰਚੇ ਦੇਣ ਲੱਗ ਗਏ ਸੀ ਕਿਸਾਨਾਂ ਤੇ। ਬਿਲਕੁਲ। ਬੀਜੇਪੀ ਦੀ ਸਰਕਾਰ ਹਰਿਆਣੇ 'ਚ ਉੱਥੇ ਹੀ ਪਰਚੇ ਦੇ ਕਿਸਾਨਾਂ ਨੂੰ ਚੱਕੀ ਜਾਂਦੀ ਸੀ। ਉਹ ਪਹਿਲਾਂ ਦਿੱਲੀ ਨਿਕਲ ਗਏ ਕਿਸਾਨ ਸਾਡੇ ਹਰਿਆਣੇ ਵਾਲੇ। ਦੇਖੋ ਪੰਜਾਬ ਦੇ ਕਿਸਾਨਾਂ ਤੇ ਹਰਿਆਣੇ ਦੇ ਕਿਸਾਨਾਂ 'ਚ ਕੋਈ ਮਨਮੁਟਾਵ ਨਹੀਂ। ਬਿਲਕੁਲ। ਮੈਂ ਸਰਕਾਰੀ ਫਰਕ ਦੀ ਗੱਲ ਕਰਦਾ ਕਿ ਖੱਟੜ ਨੇ ਪੰਜਾਬ ਸਰਕਾਰ ਤੇ ਹਰਿਆਣਾ ਦੀ ਸਰਕਾਰ 'ਚ ਫਰਕ ਪਾਤਾ, ਔਰ ਇਹ ਦੋਨੇ ਸੂਬਿਆਂ ਦੇ ਸੰਬੰਧ ਚੰਗੇ ਹੋਣੇ ਚਾਹੀਦੇ ਸੀ ਜੀ। ਦੇਖੋ ਅੰਬਾਲਾ ਬਾਰਡਰ
ਕੱਲਾ ਪੰਜਾਬ ਦੇ ਕਿਸਾਨਾਂ ਲਈ ਹਰਿਆਣੇ ਜਾਣ ਦਾ ਸਾਧਨ ਨਹੀਂ, ਦਿੱਲੀ ਜਾਣ ਦਾ ਸਾਧਨ ਨਹੀਂ। ਮੈਨੂੰ ਲੱਗਦਾ ਉਹ ਸਮਾਂ ਆ ਜਾਣਾ ਹੈ ਕਿ ਸ਼ੰਭੂ ਤੋਂ ਲੈ ਕੇ ਦਿੱਲੀ ਤੱਕ ਜਿਹੜਾ ਬਾਰਡਰ ਹੈ ਆਲੇ ਦੁਆਲੇ, ਉਹ ਸਟੀਲ ਦਾ ਬਣਾਉਣਾ ਪੈਣਾ, ਸਟੀਲ ਦਾ, ਜੀ, ਤਾਂ ਕਿ ਉਹ ਬੰਦਾ ਪੰਜਾਬ ਵਾਲਾ ਇੱਥੋਂ ਸਿੱਧਾ ਦਿੱਲੀ ਜਾ ਕੇ ਨਿਕਲ ਜੇ। ਉਹ ਲੋਹਾ ਲੱਗਿਆ ਹੋਵੇ ਸਾਈਡਾਂ ਤੇ ਵੱਡਾ ਵੱਡਾ, ਵੀ ਉਹ ਸਾਰੀ ਜ਼ਮੀਨ ਹੈ ਜਿਹੜੀ ਜਾਂ ਤਾਂ ਕੇਂਦਰ ਸਰਕਾਰ ਖਰੀਦ ਲੇ ਜਾਂ ਪੰਜਾਬ ਖਰੀਦ ਲੇ, ਵੀ ਜਾਂ ਸਾਨੂੰ ਰਸਤਾ ਦੇ ਦਿਓ। ਮੈਨੂੰ ਲੱਗਦਾ ਉਹ ਵੀ ਸਮਾਂ ਆ ਜਾਣਾ ਆਉਣ ਵਾਲੇ ਸਮਿਆਂ 'ਚ। ਜੇ ਐਦਾਂ ਰੋਕਾਂ ਲਾਉਣਗੇ ਤੇ ਹੈਲੀਕਾਪਟਰਾਂ ਦਾ ਇੰਤਜ਼ਾਮ ਕਰਨਾ ਪੈਣਾ ਸਾਂਝੇ, ਹੈ ਜੀ, ਜਾਂ ਰਾਜਸਥਾਨ ਜ਼ਰੀਏ ਬੰਦਰਗਾਹਾਂ ਤੇ ਜਾ ਕੇ ਫਿਰ ਦਿੱਲੀ ਪੰਜਾਬ ਦੇ ਲੋਕ ਆਇਆ ਕਰਨ। ਹਰਿਆਣੇ ਵਾਲੇ ਜੇ ਐਂ ਰਾਹ ਰੋਕਦੇ ਰਹੇ, ਹੈ ਜੀ, ਬਿਲਕੁਲ, ਫਿਰ ਤਾਂ ਬਰਾਤਾਂ ਵੀ ਜਿਹੜੀਆਂ ਜਾਣੀਆਂ ਨੇ ਦਿੱਲੀ, ਉਹ ਵਾਇਆ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ ਆਇਆ ਕਰਨ। ਬਿਲਕੁਲ, ਇਹ ਭਾਵ ਪੇਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਐ ਨਹੀਂ ਚੱਲਦਾ ਮੁਲਕ 'ਚ, ਲੋਕਤੰਤਰ 'ਚ ਐ ਨਹੀਂ ਚੱਲਦਾ। ਸੁਪਰੀਮ ਕੋਰਟ ਜ਼ਰੂਰ ਦਖਲ ਦੇਊਗੀ ਮੈਨੂੰ ਲੱਗਦਾ ਹੈ, ਔਰ ਇਹਦੇ ਤੇ ਜਨਹਿਤ ਪਟੀਸ਼ਨਾਂ ਸੁਪਰੀਮ ਕੋਰਟ 'ਚ ਜਾਣੀਆਂ ਚਾਹੀਦੀਆਂ ਨੇ। ਸਾਡੇ ਬਹੁਤ ਸਿਆਣੇ ਸਿਆਣੇ ਵਕੀਲ ਭਰਾ ਹੈਗੇ ਨੇ, ਮੈਨੂੰ ਲੱਗਦਾ ਇਹਦੇ ਤੇ ਗੌਰ ਜ਼ਰੂਰ ਕਰਨਗੇ ਜੀ। ਤੇ ਡੱਲਾ ਜੀ, ਅੱਜ ਜੇ ਦੇਖਿਆ ਜਾਵੇ ਤਾਂ ਅੱਜ ਮਾਝੇ ਵਾਲੇ ਕਿਸਾਨਾਂ ਦੀ ਵਾਰੀ ਹੈ। ਕਹਿੰਦੇ ਮਾਝੇ ਦੇ ਕਿਸਾਨਾਂ ਨੇ ਫਿਰ ਵਧਣਾ ਹੈ, ਤੇ ਅੱਜ ਵੀ ਹਾਲਾਤ ਹੋ ਸਕਦਾ ਕਿ ਉਸੇ ਤਰ੍ਹਾਂ ਬੈਰੀਅਰ ਦੇ ਹੋਣ, ਤੇ ਇਸ ਦਾ ਸਿਆਸਤ ਦੇ ਉੱਤੇ ਜਾਂ ਆਉਣ ਵਾਲੇ ਦਿਨਾਂ ਦੇ ਸਿਸਟਮ ਦੇ ਉੱਤੇ ਕੀ ਅਸਰ ਵੇਖ ਰਹੇ ਹੋ? ਨਹੀਂ, ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਕਿਸਾਨਾਂ ਨੇ ਅੱਜ ਤੱਕ ਕਿਹਾ ਨਹੀਂ ਵੀ ਅਸੀਂ 26-27 ਨੂੰ ਉੱਥੇ ਆਉਣਾ ਸੀ, ਹੈ ਜੀ। ਕਿਸਾਨਾਂ ਨੇ 1 ਮਹੀਨਾ ਪਹਿਲਾਂ ਦਾ ਅੰਦੋਲਨ ਦਾ ਐਲਾਨ ਕੀਤਾ ਹੋਇਆ, ਜਦੋਂ ਇਹਨਾਂ ਨੇ ਮੀਟਿੰਗ ਕੀਤੀ ਹੈ ਤੋਮਰ ਸਾਹਿਬ ਦੇ ਨਾਲ ਦਿੱਲੀ, ਉਸ ਤੋਂ ਪਹਿਲਾਂ ਦਾ ਐਲਾਨ ਸੀ। ਔਰ ਹੁਣ ਮੈਨੂੰ ਲੱਗਦਾ ਕਿ ਜਿਹੜੀਆਂ ਗੱਡੀਆਂ ਮੁੜ ਬਹਾਲੀ ਹੋਈ ਸੀ, ਇਹ ਗੱਡੀਆਂ ਫੇਰ ਰੁਕ ਜਾਣੀਆਂ ਜੀ। ਇਹ ਮੈਨੂੰ ਲੱਗਦਾ ਹੁਣ ਕਿਸਾਨਾਂ ਦਾ ਅੰਦੋਲਨ ਭਖੂਗਾ। ਜੇ ਗੱਲ ਕਿਸਾਨ, ਦੇਖੋ, ਪਹਿਲੀ ਗੱਲ ਤਾਂ ਇਹ ਹੈ, ਅਮਿਤ ਸ਼ਾਹ ਨੂੰ, JP ਨੱਡਾ ਉਹਨਾਂ ਨੂੰ ਜਾਂ ਪ੍ਰਧਾਨ ਮੰਤਰੀ ਉਹਨਾਂ ਨੂੰ ਦਖਲ ਦੇਣਾ ਚਾਹੀਦਾ। ਉਹਨਾਂ ਨੂੰ ਆਪ ਕਿਸਾਨਾਂ ਨੂੰ ਗੱਲ ਨਾਲ ਲਾਉਣਾ ਚਾਹੀਦਾ, ਹੈ ਜੀ। ਇਹ ਗੱਲ ਤਾਂ ਜਾ ਕੇ ਨਿਬੜਨੀ ਹੈ, ਨਹੀਂ ਤਾਂ ਇਹ ਅੰਦੋਲਨ ਲੰਬਾ ਚੱਲੂਗਾ। ਪੰਜਾਬ ਦੇ ਕਿਸਾਨ ਦੇਖੋ ਕਿੱਡਾ ਰਾਸ਼ਨ ਪਾਣੀ ਟਰਾਲੀਆਂ ਨਾਲ ਲੈ ਕੇ ਗਏ ਨੇ। ਨਾਲੇ ਜਦੋਂ ਪੰਜਾਬ ਦੇ ਕਿਸਾਨ ਸੱਚ ਤੇ ਹੱਕ ਦੀ ਲੜਾਈ ਲੜ ਰਹੇ ਨੇ, ਦੇਖੋ ਮੈਂ ਸੁਣਦਾ ਸੀ ਟੈਲੀਵਿਜ਼ਨਾਂ ਤੇ, ਆ ਬੜੇ BJP ਦੇ ਲੀਡਰ ਨੇ, ਉਹ ਇੱਕੋ ਗੱਲ ਕਹੀ ਜਾਂਦੇ, ਕਹਿੰਦੇ ਜੀ ਜਦ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ, ਜਦ ਖੇਤੀਬਾੜੀ ਮੰਤਰੀ ਨੇ ਕਹਿਤਾ, ਜਦ BJP ਨੇ ਕਹਿਤਾ ਕਿ MSP ਖਤਮ ਨਹੀਂ ਹੁੰਦੀ, ਤੁਹਾਡੇ ਕਹਿਣ ਨਾਲ ਕੀ ਕਾਨੂੰਨ ਬਣ ਜਾਊਗਾ? ਕਾਨੂੰਨ 'ਚ 2 ਸ਼ਬਦ ਲਿਖ ਦਿਓ, ਗੱਲ ਹੀ ਖਤਮ ਹੁੰਦੀ ਹੈ। ਬਿਲਕੁਲ, ਮਸਲਾ ਇਹ ਹੈ ਕਿ ਹੁਣ ਉਹ ਪਿੱਛੇ ਨਹੀਂ ਮੁੜਨਾ ਚਾਹੁੰਦੇ ਵੀ ਅਸੀਂ ਕਾਨੂੰਨ ਬਣਾਤਾ ਤੇ ਅਸੀਂ ਪਿੱਛੇ ਨਹੀਂ ਹਟਣਾ। ਇਹ ਇੱਕ ਜ਼ਿੱਦ ਲੱਗਦੀ ਹੈ ਮੈਨੂੰ, ਇਹ ਜ਼ਿੱਦ ਨਹੀਂ ਹੋਣੀ ਚਾਹੀਦੀ ਜੀ। ਜ਼ਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ। ਜ਼ਿੱਦ ਕਰੋ ਚੀਨ ਦੇ ਬਾਰਡਰ ਤੇ, ਜ਼ਿੱਦ ਕਰੋ ਪਾਕਿਸਤਾਨ ਦੇ ਬਾਰਡਰ ਤੇ, ਉੱਥੇ ਤੁਸੀਂ ਜ਼ਿੱਦ ਕਰੋ, ਅਸੀਂ ਨਾਲ ਆ ਸਾਰੇ। ਬਿਲਕੁਲ, ਉੱਥੇ ਸਭ ਤੋਂ ਪਹਿਲਾਂ ਗੋਲੀ ਅਸੀਂ ਖਾਵਾਂਗੇ। ਚਲੋ, ਆਪਣੇ ਮੁਲਕ 'ਚ ਆਪਣੇ ਲੋਕਾਂ ਨਾਲ ਆਪਣੀ ਚੁਣੀ ਹੋਈ ਸਰਕਾਰ, ਆਪਸ 'ਚ ਜ਼ਿੱਦ ਦਾ ਕੀ ਮਤਲਬ ਜੀ? ਕਿਸਾਨਾਂ ਦੀ ਗੱਲ, ਇੱਕ ਮੀਟਿੰਗ ਹੋਈ, ਉਸ ਤੋਂ ਬਾਅਦ ਤੁਸੀਂ 15 ਦਿਨ ਪਾ ਰਹੇ ਹੋ, ਲਗਾਤਾਰ ਮੀਟਿੰਗ ਕਰੋ, ਇੱਕ ਤੋਂ ਬਾਅਦ ਇੱਕ। ਦੇਖੋ, ਇਹ ਉਹੀ ਜਿਹੀ ਗਲਤੀ ਹੋਈ ਹੈ ਇਤਿਹਾਸਿਕ, ਜਿਹੇ ਜੀ ਮਨਮੋਹਨ ਸਿੰਘ ਦੀ ਸਰਕਾਰ 'ਚ ਹੋਈ ਸੀ ਕਾਂਗਰਸ ਤੋਂ। ਅੰਨਾ ਹਜ਼ਾਰੇ ਦੇ ਅੰਦੋਲਨ ਵੇਲੇ ਦੇਖੋ ਗੱਲ ਨਹੀਂ ਸੁਣਦੇ ਸੀ, ਉਹ ਅੜੇ ਹੋਏ ਸੀ, ਸਰਕਾਰ ਅੜੀ ਹੋਈ ਸੀ ਵੀ ਅਸੀਂ ਨਹੀਂ ਗੱਲ ਸੁਣਨੀ। ਜੇ ਰਾਹੁਲ ਗਾਂਧੀ ਅੰਨਾ ਹਜ਼ਾਰੇ ਦੇ ਮੰਚ ਤੇ ਆ ਕੇ ਬਹਿ ਜਾਂਦਾ, ਅੱਜ ਕਾਂਗਰਸ ਦਾ ਇਹ ਹਾਲ ਨਾ ਹੁੰਦਾ। ਬਿਲਕੁਲ, ਕਰਪਸ਼ਨ ਦੇ ਸਾਰੇ ਐਲੀਗੇਸ਼ਨ ਤਾਂ ਸਾਬਤ ਨਹੀਂ ਨਾ ਹੋਏ ਕਾਂਗਰਸ ਤੇ। ਇਹਦਾ ਮਤਲਬ ਹੈ ਕਾਂਗਰਸ ਓਨੀ ਕਰਪਟ ਨਹੀਂ ਹੈ ਜਿੰਨੀ ਕਰਪਟ ਅੰਨਾ ਹਜ਼ਾਰੇ ਦੇ ਅੰਦੋਲਨ 'ਚ ਦਿਖਦੀ ਸੀ, ਪਰ ਜ਼ਿੱਦ ਕਰ ਲਈ ਕਾਂਗਰਸ ਨੇ। ਓਨੀ ਕਰਪਟ ਨਾ ਹੋਣ ਦੇ ਬਾਵਜੂਦ ਕਾਂਗਰਸ ਦਾ ਹਾਲਤ ਦੇਖ ਲਓ, 50 ਸੀਟਾਂ ਤੋਂ ਘਟ ਗਈ ਪਾਰਲੀਮੈਂਟ 'ਚ। ਤੇ ਆ ਫੁੱਲ ਸਾਡਾ BJP 2 ਤੋਂ ਆਇਆ, 300 ਟੱਪ ਗਿਆ ਕਹਿੰਦੇ ਮੇਰੇ ਖਿਆਲ, ਹਨਾ। ਬਿਲਕੁਲ, ਤੇ ਇਸ ਕਰਕੇ ਇਹਨਾਂ ਨੂੰ ਤਾਂ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਕੋਈ ਵੀ ਸਰਕਾਰ ਦੁਨੀਆ 'ਚ ਕੁਝ ਵੀ ਸਥਿਰ ਨਹੀਂ ਹੈ ਗਗਨ, ਨਾ ਮਨੁੱਖ ਦੀ ਜ਼ਿੰਦਗੀ, ਨਾ ਸਰਕਾਰ ਦੀ ਮਿਆਦ। ਦੁਨੀਆ 'ਚ ਕੁਝ ਵੀ ਸਥਿਰ ਨਹੀਂ ਹੈ, ਦੁਨੀਆ 'ਚ ਹਮੇਸ਼ਾ ਲਈ ਕੋਈ ਨਹੀਂ ਹੈਗਾ। ਫਿਰ ਕਾਹਦਾ ਹਉਮੈ? ਬਿਲਕੁਲ, ਕਿਸਾਨਾਂ ਨੂੰ ਗੱਲ ਨਾਲ ਲਾ ਕੇ ਉਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਔਰ ਜੇ ਪੋਲੀਟੀਕਲ ਪਾਰਟੀਆਂ ਕਿਸਾਨਾਂ ਦੀ ਗੱਲ ਸੁਣ ਲੈਣਗੀਆਂ ਤੇ ਹੋਰ ਮਹਾਨ ਹੋ ਜਾਣਗੀਆਂ। ਕੁਛ ਘਸਣ ਥੋੜੀ ਲੱਗਿਆ ਹੈ ਜੀ, ਇਹ 10 ਟੈਰੀ ਦੇ ਟਾਇਰ ਥੋੜੀ ਹੈ ਵੀ ਜ਼ਿਆਦਾ ਲੋਡ ਪੈ ਜੂ ਤਾਂ ਘਸ ਜਾਣਗੇ। ਸੋ ਡੱਲਾ ਜੀ, ਇਸ ਦੇ ਨਾਲ ਹੀ ਜੇ ਪੰਜਾਬ ਦੀ ਸਿਆਸਤ ਦੇ ਵੱਲ ਮੁੜੀਏ ਤਾਂ ਪੰਜਾਬ ਦੇ ਕਈ ਸਿਆਸੀ ਆਗੂ ਦਿੱਲੀ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਵੀ ਲਏ ਗਏ ਨੇ। ਉਹ ਚਾਹੇ ਫਿਰ ਸੁਖਪਾਲ ਸਿੰਘ ਖਹਿਰਾ ਹੋਣ, ਪਰਮਿੰਦਰ ਸਿੰਘ ਢੀਂਡਸਾ ਹੋਣ, ਜਥੇਦਾਰ ਰਣਜੀਤ ਸਿੰਘ ਤਲਵੰਡੀ ਹੋਣ, ਇਹਨਾਂ ਸਾਰਿਆਂ ਨੂੰ ਉੱਥੇ ਪ੍ਰੋਟੈਸਟ ਕਰਦਿਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ। ਉੱਧਰ ਬੈਂਸ ਵੀ ਕਹਿੰਦੇ ਤੁਰੇ ਹੋਏ ਸੀ ਇੱਧਰੋਂ ਪੰਜਾਬ ਦੇ ਵਿੱਚੋਂ ਦਿੱਲੀ ਵੱਲ ਨੂੰ, ਤੇ ਹੋਰ ਕਈ ਸਿਆਸੀ ਆਗੂਆਂ ਦੇ ਨਾਮ ਆਉਂਦੇ ਨੇ, ਜਿਸ 'ਚ ਰਾਜਾ ਵੜਿੰਗ ਦਾ ਨਾਮ ਵੀ ਹੈ, ਉਹ ਵੀ ਤੁਰੇ ਹੋਏ ਨੇ। ਤੇ ਕਿਸ ਤਰ੍ਹਾਂ ਵੇਖ ਰਹੇ ਹੋ ਪੰਜਾਬ ਦੀ ਸਿਆਸਤ ਨੂੰ ਕਿ ਕਈ ਜਿਹੜੀ ਸਿਆਸੀ ਪਾਰਟੀਆਂ ਕਿਸਾਨਾਂ ਦੇ ਨਾਲ ਚੱਲਣ ਦੇ ਦਾਅਵੇ ਕਰਦੀਆਂ ਪਈਆਂ ਸੀ, ਉਹ ਬੀਤੇ ਦਿਨਾਂ ਦੇ ਵਿੱਚ ਨਜ਼ਰ ਨਹੀਂ ਆਈਆਂ? ਨਹੀਂ, ਦੇਖੋ, ਇਹਦੇ 'ਚ 2 ਗੱਲਾਂ ਨੇ। ਜਿਹੜੇ ਸਿਆਸੀ ਲੀਡਰ ਪਹੁੰਚੇ,
ਉਹ ਚੰਗੀ ਗੱਲ ਹੈ ਕਿ ਉਹ ਵੀ ਅੰਦੋਲਨ 'ਚ ਮੂਹਰੇ ਹੋ ਕੇ ਕਿਸਾਨਾਂ ਦੇ ਨਾਲ ਤੁਰੇ ਨੇ। ਔਰ ਹਰ ਪੋਲੀਟੀਕਲ ਧਿਰ ਹੈ ਜਿਹੜੀ ਆਪਣੇ ਆਪਣੇ ਪੱਧਰ ਤੇ ਨਾਲ ਹੈ। ਦੇਖੋ ਆਮ ਆਦਮੀ ਪਾਰਟੀ ਵਾਲੇ ਵੀ ਨਾਲ ਹੀ ਨੇ, ਕਾਂਗਰਸ ਵਾਲੇ ਵੀ ਨਾਲ ਹੈ, ਅਕਾਲੀ ਦਲ ਵੀ ਨਾਲ ਹੈ। ਸੋ ਪੋਲੀਟੀਕਲ ਪਾਰਟੀਆਂ ਆਪ ਕਿਸਾਨ ਹੀ ਨੇ ਸਾਰੀਆਂ। ਕਿਹੜਾ ਲੀਡਰ ਹੈ ਪੰਜਾਬ 'ਚ ਜਿਹਦਾ ਸੰਬੰਧ ਕਿਸਾਨੀ ਨਾਲ ਨਹੀਂ ਹੈ? ਕੋਈ ਟਾਵਾਂ ਹੀ ਹੋਣਾ। ਬੀਜੇਪੀ ਵਾਲਿਆਂ ਦਾ ਵੀ ਕਈਆਂ ਦਾ ਸੰਬੰਧ ਹੈ, ਤਾਂ ਹੀ ਉਹ ਅਸਤੀਫੇ ਦੇ ਗਏ ਨਾ, ਦਰਦ ਸਮਝਦੇ ਹੋਏ। ਔਰ ਬੀਜੇਪੀ ਦੇ ਕਿੰਨੀ ਵੱਡੀ ਗਿਣਤੀ 'ਚ ਪੰਜਾਬ ਦੇ ਲੀਡਰਾਂ ਨੇ ਅਸਤੀਫੇ ਦਿੱਤੇ ਆ, ਇਹ ਬੀਜੇਪੀ ਨੂੰ ਸਮਝਣਾ ਚਾਹੀਦਾ। ਬੀਜੇਪੀ ਕੋਲੇ ਮੌਕਾ ਸੀ। ਅਗਰ ਜਿਹੜੀ ਗੱਲ ਬੀਜੇਪੀ ਵਾਲੇ ਕਹਿ ਰਹੇ ਨੇ, ਉਹ ਇੱਕ ਮੌਕਾ ਸੀ ਬੀਜੇਪੀ ਕੋਲੇ, ਅੱਗੇ ਹੋ ਕੇ ਕਿਸਾਨਾਂ ਦੀ ਗੱਲ ਸੁਣਦੇ। ਹਜੇ ਵੀ ਕਹਿੰਦੇ ਨੇ ਕੁਝ ਨਹੀਂ ਮੁੱਕਿਆ ਜੀ, ਹਜੇ ਵੀ ਵੇਲਾ ਸਾਡੀ ਸਰਕਾਰ ਕੋਲੇ। ਬੀਜੇਪੀ ਦੀ ਸਾਡੀ ਇਲੈਕਟਡ ਸਰਕਾਰ ਹੈ, ਇਹਨਾਂ ਕਿਸਾਨਾਂ ਨੇ ਵੋਟਾਂ ਪਾਈਆਂ। ਦੇਖੋ ਸਨੀ ਦਿਓਲ ਗੁਰਦਾਸਪੁਰ ਤੋਂ ਜਿਤਾਇਆ ਨਾ ਜੀ, ਬੀਜੇਪੀ ਕਰਕੇ ਹੀ ਸਨੀ ਦਿਓਲ ਜਿੱਤ ਗਿਆ ਨਾ। ਨਹੀਂ ਤਾਂ ਸਨੀ ਦਿਓਲ ਕਿਤੇ ਖੜ ਜਾਂਦਾ, ਹੋਰ ਜ਼ਮਾਨਤਾਂ ਜ਼ਬਤ ਹੋ ਜਾਂਦੀਆਂ ਸੀ। ਆਜ਼ਾਦ ਖੜ ਲਏ ਸਨੀ ਦਿਓਲ, ਪਤਾ ਲੱਗ ਜੂ। ਬਿਲਕੁਲ ਫਿਲਮੀ ਹੀਰੋ ਦੀ ਗੱਲ ਹੋਰ ਹੁੰਦੀ ਹੈ। ਜ਼ਮੀਨ ਤੇ ਪੋਲੀਟੀਕਲ ਪਾਰਟੀਆਂ ਜਦੋਂ ਨਾਲ ਆ ਜਾਂਦੀਆਂ ਨੇ, ਸੀਟਾਂ ਤਾਂ ਜਿੱਤੀਆਂ ਜਾਂਦੀਆਂ ਨੇ। ਹੁਣ ਬੀਜੇਪੀ ਦੇ ਇੱਥੋਂ ਜਿੱਤੇ ਸੋਮ ਪ੍ਰਕਾਸ਼ ਜਿੱਤੇ ਜੀ, ਆ ਸੁਖਬੀਰ ਬਾਦਲ, ਹਰਸਿਮਰਤ ਬਾਦਲ, ਇਹ ਵੀ ਤਾਂ ਸਾਂਝੇ ਬੀਜੇਪੀ ਨਾਲ ਮਿਲ ਕੇ ਜਿੱਤੇ ਨਾ। ਗੱਠਜੋੜ ਸੀ ਬੀਜੇਪੀ ਦਾ। ਪੰਜਾਬ 'ਚ 21 ਸੀਟਾਂ ਬੀਜੇਪੀ ਨੂੰ ਵਿਧਾਨ ਸਭਾ 'ਚ ਮਿਲੀਆਂ ਪਹਿਲਾਂ 24 ਚੋਂ। ਉਹ ਵੀ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਵੋਟ ਪਾਈ। ਹੁਣ ਵੀ ਜੇ ਮੋਦੀ ਸਾਹਿਬ ਚੁਣੇ ਗਏ ਤੇ ਪੰਜਾਬ ਦੀ ਵੋਟ ਵੀ ਤਾਂ ਬੀਜੇਪੀ ਨੂੰ ਪਈ ਆ ਨਾ। ਇਸ ਹੱਕ ਦੇ ਨਾਤੇ ਹੀ ਬੀਜੇਪੀ ਦੀ ਸਰਕਾਰ ਕਿਸਾਨਾਂ ਨਾਲ ਗੱਲ ਕਰਦੀ। ਸੋ ਇਹ ਜੋ ਕੁਝ ਜਿਸ ਤਰ੍ਹਾਂ ਦਾ ਰਵੱਈਆ ਹੋਇਆ, ਇਹ ਕੋਈ ਬਹੁਤਾ ਰਵੱਈਆ ਚੰਗਾ ਨਹੀਂ ਹੈ। ਔਰ ਪੰਜਾਬ ਦਾ ਕਿਸਾਨ, ਦੇਸ਼ ਦਾ ਕਿਸਾਨ, ਮੈਨੂੰ ਲੱਗਦਾ ਹੁਣ ਹੋਰ ਸੰਗਠਿਤ ਹੋ ਕੇ ਅੰਦੋਲਨ ਕਰੂਗਾ। ਇਹ ਅੰਦੋਲਨ ਹੁਣ ਤੱਕ ਸ਼ਾਂਤਮਈ ਹੈ। ਕਿਸਾਨਾਂ ਨੇ ਕਿਸੇ ਤਰ੍ਹਾਂ ਦੀ ਸਾਡੇ ਵੱਲੋਂ ਹਿੰਸਾ ਨਹੀਂ ਕੀਤੀ ਗਈ। ਔਰ ਮੈਂ ਦੇਖ ਰਿਹਾ ਸੀ ਕਿਵੇਂ ਪਾਣੀ ਦੀਆਂ ਵਿਛਾੜਾਂ ਪਾਈਆਂ ਕਿਸਾਨਾਂ ਤੇ। ਜੱਟ ਦਾ ਪਾਣੀ ਨਾਲ ਕੀ ਕੱਸ ਜੂ, ਹੈ ਜੀ। ਬਿਲਕੁਲ ਜੱਟ ਦੀ ਜ਼ਿੰਦਗੀ ਪਾਣੀ 'ਚ ਨਿਕਲ ਗਈ। ਝੋਨਾ ਲਾਉਣ ਵੇਲੇ ਗੋਡਿਆਂ ਤੱਕ ਪਾਣੀ 'ਚ ਡੁੱਬਿਆ ਹੁੰਦਾ ਉਹ। ਔਰ ਸਵੇਰੇ ਝੋਨੇ ਵਾਲੇ ਖੇਤ 'ਚ ਵੜਦਾ ਹੈ, ਸ਼ਾਮ ਨੂੰ ਨਿਕਲਦਾ ਪਨੀਰੀ ਲਾ ਕੇ। ਬਿਲਕੁਲ। ਸੋ ਇਸ ਕਰਕੇ ਆ ਮਿੱਟੀ ਲਾ ਦੇਣੀ ਮੂਹਰੇ, ਆ ਅਥਰੂ ਗੈਸ ਦੇ ਗੋਲੇ ਛੱਡ ਦੇਣੇ, ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਤੁਸੀਂ ਬੈਰੀਕੇਡ ਲਾਤੇ, ਤੁਸੀਂ ਪਾਣੀ ਨਾ ਛੱਡੋ, ਖੜੇ ਰਹੋ ਜੀ, ਹੈ ਜੀ। ਇੰਨੀ ਠੰਡ ਹੈ। ਇੱਕ ਪਤਾ ਲੱਗਿਆ, ਇੱਕ ਹਜੇ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋਈ, ਬਾਵਾ ਗੰਭੀਰ ਵੀ ਹੈ ਸਾਡੇ 1-2 ਕਿਸਾਨ। ਸੋ ਇੰਨੀ ਬਰਸਾਤ 'ਚ ਤੁਸੀਂ ਪਾਣੀ ਪਾ ਉਹਨਾਂ ਦੇ ਸਵੈਟਰ, ਕੰਬਲ, ਖੇਸੀਆਂ, ਲੋਈਆਂ ਗਿੱਲੀਆਂ ਕੀਤੀਆਂ ਠੰਡ 'ਚ। ਉਹ ਤਾਂ ਇੰਤਜ਼ਾਮ ਕਰਕੇ, ਇਸੇ ਕਰਕੇ ਬੈਗ ਭਰ ਕੇ ਲੈ ਕੇ ਗਏ ਨਾ। ਬਿਲਕੁਲ। ਟਰਾਲੀ 'ਚ ਸੁੱਕਣਾ ਪਾ ਲੈਣਗੇ ਸਾਈਡ ਤੇ ਬੈਗ 'ਚ ਹੋਰ ਕੱਪੜੇ ਹੈਗੇ, ਰਾਸ਼ਨ ਨਾਲ ਲੈ ਕੇ ਗਏ। ਉਹ ਪੂਰੀ ਤਿਆਰੀ ਨਾਲ ਗਏ ਜੀ। ਤੇ ਡਾਲਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੇਂਦਰ ਸਰਕਾਰ ਨੂੰ ਹੱਥ ਵਧਾਉਣਾ ਚਾਹੀਦਾ, ਪਰ ਅੱਜ ਖੇਤੀਬਾੜੀ ਮੰਤਰੀ ਦਾ ਜਿਹੜਾ ਬੀਤੇ ਦਿਨੀ ਬਿਆਨ ਵੇਖ ਰਹੇ ਆ, ਉਹ ਕਹਿੰਦੇ ਕਿ ਕਾਨੂੰਨ ਇਸੇ ਤਰ੍ਹਾਂ ਲਾਗੂ ਰਹਿਣਗੇ ਤੇ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ 'ਚ ਕ੍ਰਾਂਤੀ ਆਊਗੀ, ਪਰ ਕਾਨੂੰਨ ਵਾਪਸ ਨਹੀਂ ਹੋਣਗੇ। ਕਿਸਾਨਾਂ ਦੇ ਨਾਲ 3 ਦਸੰਬਰ ਦੀ ਮੀਟਿੰਗ ਆ, ਫਿਰ ਗੱਲਬਾਤ ਕੀਤੀ ਜਾਊਗੀ। ਦੇਖੋ ਇਹ ਚੰਗੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਗੱਲਬਾਤ ਕਰਾਂਗੇ, ਪਰ ਪਹਿਲਾਂ ਹੀ ਇਹ ਕਹਿ ਦੇਣਾ ਵੀ ਕਾਨੂੰਨ ਵਾਪਸ ਨਹੀਂ ਹੋਣਗੇ, ਹੈ ਜੀ। ਸੋ ਇਹ ਤਾਂ ਕੋਈ ਗੱਲ ਚੰਗੀ ਨਹੀਂ। ਪਹਿਲਾਂ ਹੀ ਇਹ ਕਹਿ ਦੇਣਾ, ਜੇ ਤੁਸੀਂ ਅੜੇ ਹੋਏ ਹੋ ਇਸ ਗੱਲ ਤੇ ਵੀ ਕਾਨੂੰਨ ਵਾਪਸ ਨਹੀਂ ਹੋਣਗੇ, ਤੇ ਫਿਰ ਤੁਸੀਂ ਗੱਲਬਾਤ ਕਰਨ ਲਈ ਕਿਉਂ ਜਾ ਰਹੇ ਹੋ? ਬਿਲਕੁਲ। ਕਿਸਾਨਾਂ ਦੀ ਮੰਗ ਤਾਂ ਇਹ ਹੈ ਵੀ ਅਸੀਂ ਮਸਲੇ ਦਾ ਹੱਲ ਕਰਨ ਲਈ ਗੱਲਬਾਤ ਕਰਨਾ ਚਾਹੁੰਦੇ ਹਾਂ। ਕਾਨੂੰਨ ਵਾਪਸ ਕਰਾਉਣੇ ਨੇ, ਜਾਂ ਤੁਸੀਂ ਕਾਨੂੰਨ 'ਚ ਚੀਜ਼ ਨਵੀਂ ਪਾ ਦਿਓ ਵੀ MSP ਅਸੀਂ ਖਤਮ ਨਹੀਂ ਕਰਾਂਗੇ, ਇਹ ਵੀ ਅਸੀਂ ਕਾਨੂੰਨ ਬਣਾਉਣੇ ਆ। ਸੋ ਮੈਂ ਬਾਰ-ਬਾਰ ਦੇਖੋ ਗੱਲ ਇਹ ਹੈ ਨਾ ਕਿ ਜ਼ਿੱਦ ਨਜ਼ਰ ਨਹੀਂ ਆਉਣੀ ਚਾਹੀਦੀ। ਜ਼ਿੱਦ ਨਜ਼ਰ ਆਉਂਦੀ ਹੈ, ਇਹ ਜ਼ਿੱਦ ਨਜ਼ਰ ਨਹੀਂ ਆਉਣੀ ਚਾਹੀਦੀ। ਇਹ ਜ਼ਿੱਦ ਚੰਗੀ ਸਿਹਤ ਦੀ ਨਿਸ਼ਾਨੀ ਨਹੀਂ। ਜ਼ਿੱਦ ਕੋਈ ਵੀ ਕਰੇ, ਮੈਂ ਬਾਰ-ਬਾਰ ਕਹਿਣਾ, ਮਾਨਸਿਕ ਤਣਾਅ ਇਹਦੇ ਨਾਲ ਪੈਦਾ ਹੁੰਦਾ। ਮਾਨਸਿਕ ਤਣਾਅ ਵੀ ਸਿਹਤ ਲਈ ਚੰਗਾ ਨਹੀਂ ਜੀ, ਕਿਸੇ ਦੀ ਵੀ ਸਿਹਤ ਲਈ, ਭਾਵੇਂ ਸਰਕਾਰ ਹੋਵੇ, ਭਾਵੇਂ ਕੋਈ ਵਿਅਕਤੀ ਵਿਸ਼ੇਸ਼ ਹੋਵੇ ਜੀ। ਸੋ ਅੱਜ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦਾ ਦੂਜਾ ਦਿਨ ਹੈ। 27 ਤਰੀਕ ਦੇ ਵਿੱਚ ਕਿਸਾਨ ਦਾ ਸੰਘਰਸ਼ ਪਹੁੰਚ ਜਾਣਾ, ਜਿਸ 26-27 ਦਾ 2 ਦਿਨ ਦਾ ਸੀਗਾ। ਅੱਜ ਮਾਝੇ ਵਾਲੇ ਪਾਸਿਓਂ ਕਿਸਾਨਾਂ ਨੇ ਦੁਬਾਰਾ ਕੂਚ ਕਰਨੀ ਆ, ਜੋ ਚੱਲਣਗੇ ਦਿੱਲੀ ਦੇ ਵੱਲ ਨੂੰ। ਕੁਝ ਕੁ ਕਿਸਾਨ ਬੀਤੇ ਦਿਨੀ ਦਿੱਲੀ ਵੱਲ ਕੂਚ ਕਰ ਚੁੱਕੇ ਨੇ, ਕਿਉਂਕਿ ਹਰਿਆਣਾ ਦੇ ਵੱਲੋਂ ਜਿਹੜੇ ਬਾਰਡਰ ਸੀਲ ਕੀਤੇ ਗਏ ਸੀ, ਉੱਥੋਂ ਕਿਸਾਨ ਜਥੇਬੰਦੀਆਂ ਅੱਗੇ ਨਿਕਲ ਚੁੱਕੀਆਂ ਸੀ। ਬੇਸ਼ੱਕ ਉਹ ਸ਼ੰਭੂ ਬਾਰਡਰ ਹੋਵੇ ਜਾਂ ਫਿਰ ਹੋਰ 2-3 ਬਾਰਡਰ ਹੋਣ, ਜਿਨ੍ਹਾਂ ਦੇ ਉੱਤੇ ਖਾਸ ਕਰਕੇ ਬਹੁਤਾ ਜ਼ਿਆਦਾ ਤਣਾਅ ਬਣਿਆ ਰਿਹਾ। ਪਰ ਹੁਣ ਆਉਣ ਵਾਲਾ ਦਿਨ ਹੈ, ਕੀ ਨਵੀਂ ਚੀਜ਼ਾਂ ਨਿਕਲ ਕੇ ਆਉਣਗੀਆਂ। ਕਿਸਾਨੀ ਸੰਘਰਸ਼ ਜੇ ਦਿੱਲੀ ਪਹੁੰਚਦਾ ਹੈ ਤਾਂ ਸਾਰੀ ਸਮੀਖਿਆ ਬਦਲ ਜਾਊਗੀ, ਆਉਣ ਵਾਲੇ ਦਿਨਾਂ ਦੀ ਸਿਆਸਤ ਬਦਲੂਗੀ। ਦੇਖੋ ਕਿਸਾਨਾਂ ਨੇ ਪ੍ਰਭਾਵ ਤਾਂ ਦਿੱਤਾ ਜੀ। ਕਿਸਾਨਾਂ ਨੇ ਅੱਜ ਪੂਰੇ ਦੇਸ਼ 'ਚ ਗੱਲ ਚਲੀ ਗਈ ਕਿਸਾਨਾਂ ਦੀ। ਕੌਮੀ ਚੈਨਲਾਂ ਤੇ ਭਾਵੇਂ ਪੰਜਾਬ ਦੇ ਕਿਸਾਨਾਂ ਦੀ ਅਸਲ ਗੱਲ ਸਾਹਮਣੇ ਨਹੀਂ ਰੱਖੀ ਗਈ,
ਪਰ ਇਹ ਗੱਲ ਤਾਂ ਚਲੀ ਗਈ ਨਾ ਵੀ ਕਿਸਾਨ ਕਿੱਡਾ ਦੁਖੀ ਹੋਊਗਾ। ਜੀ ਤਾਂ ਹੀ ਉਹ ਕੱਪੜੇ ਲੀੜੇ ਬੰਨ੍ਹ ਕੇ ਜਾ ਰਿਹਾ ਨਾ ਜੀ, ਟਰੈਕਟਰ ਟਰਾਲੀਆਂ ਆਪਣੇ ਨਾਲ ਲੈ ਕੇ ਜਾ ਰਿਹਾ ਨਾ ਜੀ। ਟਰੈਕਟਰ ਟਰਾਲੀਆਂ ਨੂੰ ਸਾਂਭਣਾ ਉਹਨੂੰ ਪਤਾ ਕਿਸਾਨ ਲਈ ਕਿੱਡਾ ਔਖਾ ਹੈ। ਬਿਲਕੁਲ। ਸੋ ਗੱਲ ਮੁਲਕ 'ਚ ਚਲੀ ਗਈ ਹੈ ਔਰ ਮੁਲਕ 'ਚ ਹੋਰ ਜਾਗਰੂਕ ਲੋਕ ਨੇ। ਮੈਨੂੰ ਇਹ ਲੱਗਦਾ ਕਿ ਸਾਡੀ ਸੁਪਰੀਮ ਕੋਰਟ, ਹਾਈ ਕੋਰਟਾਂ ਨੂੰ ਦਖਲ ਦੇਣੀ ਚਾਹੀਦੀ ਹੈ। ਸਾਡੇ ਮੁਲਕ ਦੀ ਸਥਿਤੀ ਉਹ ਹੈ ਕਿ ਸੁਪਰੀਮ ਕੋਰਟ, ਮਾਨਯੋਗ ਹਾਈ ਕੋਰਟ, ਸੁਪਰੀਮ ਕੋਰਟ ਦੇ ਦਖਲ ਬਿਨਾ ਬਹੁਤ ਕੰਮ ਔਖੇ ਹੋ ਗਏ ਸਾਡੇ ਮੁਲਕ 'ਚ। ਬਿਲਕੁਲ। ਇਸ ਕਰਕੇ ਇਹਨਾਂ ਦਾ ਦਖਲ ਬਹੁਤ ਜ਼ਰੂਰੀ ਹੋ ਗਿਆ ਜੀ। ਸੋ ਕਿਸਾਨੀ ਸੰਘਰਸ਼ ਦੇ ਅੱਜ ਦੇ ਅਗਲੇ ਪੜਾਅ ਤੋਂ ਬਾਅਦ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ ਤੇ ਅੱਗੇ ਕਿਸਾਨ ਸੰਘਰਸ਼ ਦਾ ਕੀ ਰੂਪ ਨਿਕਲ ਕੇ ਸਾਹਮਣੇ ਆਵੇਗਾ ਉਸ ਤੇ ਵੀ ਇਸੇ ਤਰ੍ਹਾਂ ਚਰਚਾ ਕਰਾਂਗੇ। ਸੋ ਫਿਲਹਾਲ ਦੇ ਲਈ ਇਜਾਜ਼ਤ ਲਵਾਂਗੇ। ਡੱਲਾ ਜੀ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।